ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ ਹੈ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਜੋ ਬਾਈਡਨ ਨੇ ਕਿਹਾ, ਉਮੀਦ ਹੈ ਜੂਨ ਵਿੱਚ ਪੁਤਨ ਨਾਲ ਹੋ ਸਕਦੀ ਹੈ ਮੁਲਾਕਾਤ। ਅਮਰੀਕਾ ਦੀ ਟੀਕਾ ਪੇਟੈਂਟ ਯੋਜਨਾ ਤੇ ਯੂਰੋਪੀਅਨ ਯੂਨੀਅਨ ਕਰੇਗਾ ਚਰਚਾ। ਮੌਰਿਸਨ ਨੇ ਭਾਰਤ ਵਿੱਚ ਫਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਦਿੱਤੀ ਵੱਡੀ ਰਾਹਤ, ਨਹੀਂ ਵਧਾਈ ਪਾਬੰਦੀ ਮਿਆਦ। ਅਮਰੀਕਾ 'ਚ H1B ਵੀਜ਼ਾ ਵਾਲੇ ਮੁਲਕ ਛੱਡਣ ਲਈ ਮਜਬੂਰ ਏਸ਼ੀਆਈ ਲੋਕਾਂ ਦੀਆਂ ਨੌਕਰੀਆਂ ਤੇ ਸੰਕਟ। 18 ਤੋਂ 30 ਸਾਲ ਦੇ ਭਾਰਤੀਆਂ ਨੂੰ ਹਰ ਸਾਲ ਵਰਕ ਵੀਜ਼ਾ ਦੇਵੇਗਾ ਬ੍ਰਿਟੇਨ। ਇਟਲੀ ਨੇ ਸੈਲਾਨੀਆਂ ਦੀ ਆਮਦ ਲਈ ਖੋਲੇ ਦਰਵਾਜ਼ੇ। ਕੋਵਿਡ-19 ਸੰਬੰਧੀ ਗ੍ਰੀਨ ਪਾਸ 15 ਮਈ ਤੋਂ ਕਰੇਗਾ ਸ਼ੁਰੂ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਹੈ ਕਿ ਉਮੀਦ ਹੈ ਕਿ ਜੂਨ ਵਿੱਚ ਯੂਰਪ ਦੇ ਦੌਰੇ ਦੌਰਾਨ ਮੇਰੀ ਮੁਲਾਕਾਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋ ਸਕਦੀ ਹੈ। ਉੱਥੇ ਬੀਤੇ ਕੁਝ ਮਹੀਨਿਆਂ ਤੋਂ ਅਮਰੀਕਾ ਅਤੇ ਰੂਸ ਵਿਚਾਲੇ ਦੋ-ਪੱਖੀ ਰਿਸ਼ਤੇ ਕਾਫੀ ਖਰਾਬ ਚੱਲ ਰਹੇ ਨੇ। ਬਾਈਡਨ ਨੇ ਮੰਗਲਵਾਰ ਨੂੰ ਆਖਿਆ ਸੀ ਕਿ ਮੈਨੂੰ ਉਮੀਦ ਅਤੇ ਉਡੀਕ ਹੈ, ਅਸੀਂ ਇਸ ਤੇ ਕੰਮ ਕਰ ਰਹੇ ਹਾਂ। ਉਹਨਾਂ ਨੇ ਇਹ ਗੱਲ ਯੂਰੋਪੀਅਨ ਦੌਰੇ ਦੌਰਾਨ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਮਿਲਣ ਦੀ ਯੋਜਨਾ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਹੀਆਂ। ਦੱਸ ਦਈਏ ਕਿ ਰਾਸ਼ਟਰਪਤੀ ਜੋ ਬਾਈਡਨ ਜੂਨ ਮਹੀਨੇ ਯੂਰੋਪੀਅਨ ਮੁਲਕਾਂ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਹ ਯੂਰਪ ਵਿੱਚ ਹੋ ਰਹੀ G20 ਸੰਮੇਲਨ ਵਿੱਚ ਵੀ ਸ਼ਿਰਕਤ ਕਰਨਗੇ। ਸੰਮੇਲਨ ਵਿੱਚ ਜਿੱਥੇ 20 ਮੁਲਕਾਂ ਦੇ ਰਾਸ਼ਟਰ ਪ੍ਰਮੁੱਖ ਸ਼ਾਮਲ ਹੋਣਗੇ। ਸੰਮੇਲਨ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਚਰਚਾ ਤਾਂ ਕੀਤੀ ਜਾਵੇਗੀ ਹੀ ਅਤੇ ਨਾਲ ਹੀ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦੀਆਂ ਵਾਪਸੀਆਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਯੂਰੋਪੀਅਨ ਯੂਨੀਅਨ ਦੇ ਨੇਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਟੀਕਾ ਟੈਕਨੋਲੋਜੀ ਪੈਟੈਂਟ ਛੂਟ ਨੂੰ ਅਮਰੀਕਾ ਦੇ ਸਮਰਥਨ ਦੇ ਮੱਦੇਨਜ਼ਰ 27 ਦੇਸ਼ਾਂ ਦਾ ਸਮੂਹ ਤੁਰੰਤ ਇਸ ਮੁੱਦੇ ਤੇ ਚਰਚਾ ਕਰੇਗਾ ਕਿ ਉਹਨਾਂ ਨੂੰ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜਾਂ ਨਹੀਂ। ਮੁੱਦੇ ਤੇ ਯੂਰੋਪੀਅਨ ਸੰਘ ਦੇ ਨੇਤਾ ਪੁਰਤਗਾਲ 'ਚ ਸ਼ੁੱਕਰਵਾਰ ਨੂੰ ਸ਼ੁਰੂ ਹੋ ਰਹੇ 2 ਦਿਨੀ ਸੰਮੇਲਨ ਵਿੱਚ ਚਰਚਾ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਕਿ ਉਹ ਗਲੋਬਲੀ ਤੌਰ ਤੇ ਲੋਕਾਂ ਦੀ ਭਲਾਈ ਲਈ ਕੋਵਿਡ-19 ਟੀਕਿਆਂ ਲਈ ਬੌਧਿਕ ਜਾਇਦਾਦ ਸੁਰੱਖਿਆ ਛੋਟ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰਦੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਅਮੀਰ ਦੇਸ਼ਾਂ ਦੀ ਤੁਰੰਤ ਤਰਜੀਹ ਪਹਿਲੇ ਗਰੀਬ ਦੇਸ਼ਾਂ ਨੂੰ ਵਧੇਰੇ ਟੀਕੇ ਦਾਨ ਕਰਨ ਦੀ ਹੈ। ਵਿਸ਼ਵ ਵਪਾਰ ਸੰਗਠਨ ਤਹਿਤ ਬੌਧਿਕ ਜਾਇਦਾਦ ਸੁਰੱਖਿਆ ਛੋਟ ਦੇ ਮੱਦੇ ਤੇ ਅਮਰੀਕਾ ਤੇ ਰੁਖ ਤੇ ਨਾਟਕੀ ਤੌਰ ਤੇ ਤਬਦੀਲੀ ਆਈ ਹੈ, ਜੋ ਪਹਿਲਾਂ ਹੋਰ ਵਿਕਸਿਤ ਦੇਸ਼ਾਂ ਨਾਲ ਭਾਰਤ ਅਤੇ ਦੱਖਣੀ ਅਮਰੀਕਾ ਵੱਲੋਂ ਲਿਆਂਦੇ ਗਏ ਵਿਚਾਰ ਦਾ ਵਿਰੋਧ ਕਰ ਰਿਹਾ ਸੀ। ਯੂਰੋਪੀਅਨ ਸੰਘ ਨੇ ਹਾਲਾਂਕਿ ਅਮਰੀਕਾ ਦੀ ਹਾਂ ਨਹੀਂ ਮਿਲਾਈ ਹੈ ਅਤੇ ਰਾਸ਼ਟਰਪਤੀ ਜੋ ਬਾਈਡਨ ਦੇ ਕਦਮ ਦਾ ਆਮ ਤੌਰ ਤੇ ਸਵਾਗਤ ਕੀਤਾ ਹੈ। ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਭਾਰਤ ਤੋਂ ਸਵਦੇਸ਼ ਪਰਤਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਤੇ 15 ਮਈ ਤੱਕ ਲੱਗੀ ਯਾਤਰਾ ਪਾਬੰਦੀ ਅੱਗੇ ਨਹੀਂ ਵਧਾਈ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੂੰ ਸਵਦੇਸ਼ ਲਿਆਉਣ ਵਾਲੇ ਜਹਾਜ਼ ਜਲਦੀ ਹੀ ਉਡਾਨ ਭਰਨਗੇ। ਆਸਟ੍ਰੇਲੀਆਈ ਸਰਕਾਰ ਨੇ ਇਤਿਹਾਸ ਵਿੱਚ ਪਹਿਲੀ ਵਾਰ ਹਾਲ ਹੀ ਵਿੱਚ ਸਵਦੇਸ਼ ਪਰਤਣ ਤੋਂ ਪਹਿਲਾਂ ਭਾਰਤ ਵਿੱਚ 14 ਦਿਨ ਤੱਕ ਦਾ ਸਮਾਂ ਬਿਤਾਉਣ ਵਾਲੇ ਆਪਣੇ ਨਾਗਰਿਕਾਂ ਦੇ ਦਾਖਲ ਹੋਣ ਤੇ ਪਾਬੰਦੀ ਲਗਾਈ ਹੈ। ਇਸ ਪਾਬੰਦੀ ਦੀ ਉਲੰਘਣਾ ਕਰਨ ਤੇ ਸਰਕਾਰ ਨੇ 5 ਸਾਲ ਕੈਦ ਜਾਂ 50,000 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਮਾਮਲੇ ਤੇ ਸਰਕਾਰ ਨੇ ਆਦੇਸ਼ ਦੀ ਮਿਆਦ 15 ਮਈ ਨੂੰ ਖਤਮ ਹੋ ਜਾਵੇਗੀ। ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸ਼ੁੱਕਰਵਾਰ ਨੂੰ ਹੋਈ ਬੈਠਕ ਦੇ ਬਾਅਦ ਮੌਰਿਸਨ ਨੇ ਇਸ ਤੇ ਸਹਿਮਤੀ ਜਤਾਈ ਕਿ ਇਸ ਮਿਆਦ ਨੂੰ ਹੋਰ ਵਧਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ, ਇਹ ਫੈਸਲਾ ਲਿਆ ਗਿਆ ਹੈ ਕਿ 15 ਮਈ ਤੱਕ ਸੁਰੱਖਿਆ ਆਦੇਸ਼ ਕਾਫੀ ਪ੍ਰਭਾਵੀ ਸਾਬਤ ਹੋਇਆ ਅਤੇ ਇਸ ਦੀ ਮਿਆਦ ਪੂਰੀ ਹੋਣ ਤੱਕ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਮੌਰਿਸਨ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ ਜਦੋਂ ਇੱਕ ਦਿਨ ਪਹਿਲਾਂ 73 ਸਾਲਾ ਆਸਟ੍ਰੇਲੀਆਈ ਨਾਗਰਿਕ ਨੇ ਸਿਡਨੀ ਦੀ ਸੰਘੀ ਅਦਾਲਤ ਵਿੱਚ ਪਾਬੰਦੀ ਨੂੰ ਚੁਣੌਤੀ ਦਿੱਤੀ। ਇਸ ਵਿਅਕਤੀ ਪਿਛਲੇ ਸਾਲ ਮਾਰਚ ਤੋਂ ਬੈਂਗਲੁਰੂ ਵਿੱਚ ਫਸਿਆ ਹੋਇਆ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਭਾਰਤ ਤੋਂ ਲੋਕਾਂ ਨੂੰ ਲਿਆਉਣ ਲਈ ਪਹਿਲਾਂ ਜਹਾਜ਼ ਭੇਜਣ ਦੀ ਤਿਆਰੀ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਤੱਕ 3 ਜਹਾਜ਼ ਭੇਜੇ ਜਾਣਗੇ ਜਿਸ ਨਾਲ ਆਸਟ੍ਰੇਲੀਆਈ ਨਾਗਰਿਕ ਵਾਪਸ ਆ ਸਕਣ। ਉਹਨਾਂ ਨੇ ਕਿਹਾ, ਜਹਾਜ਼ ਤੇ ਸਵਾਰ ਹੋਣ ਵਾਲੇ ਹਰੇਕ ਸ਼ਖਸ ਦੀ ਰੈਪਿਡ ਐਂਟੀਜਨ ਜਾਂਚ ਕੀਤੀ ਜਾਵੇਗੀ। ਸਾਡੇ ਸਾਹਮਣੇ ਭਾਰਤ ਤੋਂ ਆਉਣ ਵਾਲੇ ਲੋਕਾਂ ਨਾਲ ਇਨਫੈਕਸ਼ਨ ਦੇ ਵੀ ਆਉਣ ਦਾ ਖਤਰਾ ਸੀ। ਮੌਰਿਸਨ ਨੇ ਕਿਹਾ ਕਿ ਇਹ ਹਾਲੇ ਸਪਸ਼ਟ ਨਹੀਂ ਹੈ ਕਿ ਭਾਰਤ ਵਿੱਚ ਫਸੇ 9,000 ਆਸਟ੍ਰੇਲੀਆਈ ਨਾਗਰਿਕਾਂ ਵਿੱਚੋਂ ਕਿੰਨੇ ਕੋਵਿਡ-19 ਨਾਲ ਪੀੜਤ ਹੋਏ, ਪਰ ਸਵਦੇਸ਼ ਪਰਤਣ ਲਈ ਜਹਾਜ਼ ਵਿੱਚ ਸਵਾਰ ਹੋਣ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਕੋਵਿਡ-19 ਨਾਲ ਪੀੜਤ ਨਾ ਪਾਏ ਜਾਣ ਦੀ ਰਿਪੋਰਟ ਦੇਣੀ ਹੋਵੇਗੀ। ਉਹਨਾਂ ਨੇ ਕਿਹਾ, ਸੁਰੱਖਿਆ ਯਕੀਨੀ ਕਰਨ ਲਈ ਅਸੀਂ ਰੈਪਿਡ ਐਂਟੀਜਨ ਜਾਂਚ ਕਰਾਂਗੇ ਕਿਉਂਕਿ ਸਾਡੇ ਤੇ ਇਹ ਤੈਅ ਕਰਨ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਵਾਪਸ ਲਿਆਉਣ ਦੇ ਨਾਲ-ਨਾਲ ਦੇਸ਼ ਵਿੱਚ ਇਨਫੈਕਸ਼ਨ ਫੈਲਣ ਦਾ ਖਤਰਾ ਵੀ ਘੱਟ ਤੋਂ ਘੱਟ ਹੋਵੇ।
ਕਰੋਨਾ ਕਾਰਨ ਇੰਨੀ ਦਿਨੀ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਬਹੁਤ ਵੱਧ ਗਈਆਂ ਨੇ ਕਿਉਂਕਿ ਮਹਾਮਾਰੀ ਕਾਰਨ ਉਹਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ। ਅਜਿਹੇ ਵਿੱਚ H1B ਵੀਜ਼ਾ ਤੇ ਉੱਥੇ ਰਹਿ ਰਹੇ ਲੋਕਾਂ ਲਈ ਦੋ ਹੀ ਰਾਹ ਬਚੇ ਨੇ। ਪਹਿਲਾ ਨੌਕਰੀ ਲੱਭ ਕੇ ਵੀਜ਼ੇ ਦੀ ਮਿਆਦ ਵਧਾਉਣਾ ਅਤੇ ਦੂਜਾ ਅਮਰੀਕਾ ਛੱਡ ਕੇ ਚਲੇ ਜਾਣਾ। ਉਂਝ ਤਾਂ ਇਸ ਸ਼੍ਰੇਣੀ ਦੇ ਵੀਜ਼ਾ ਦਾ ਗ੍ਰੇਸ ਪੀਰੀਅਡ ਮਿਲਦਾ ਹੈ, ਪਰ ਇਸ ਦੌਰਾਨ ਦੂਜੀ ਨੌਕਰੀ ਲੱਭਣੀ ਲਾਜ਼ਮੀ ਹੁੰਦੀ ਹੈ। महामारी नाल डगमगाई अर्थव्यवस्था कारण लोकां नूं दूजी नौकरी नहीं मिल रही, इसलिए अजिहे लोग अमेरिका छड्ड के जाण नूं मजबूर हो रहे ने। कई भारतीय प्रोफैशनल नौकरी गवा देण तो बाद अपना बैड, सोफा अते दूजा समान बेचण ते मजबूर हो रहे ने। पिछले 1 साल वड्डी गिणती विच विदेशी प्रोफैशनल बेरोजगार होए हन। एक भारती इंजीनियर मुताबक उन्हां नूं सिर्फ इसलिए उसका वीज़ा स्टेटस देख के रिजैक्ट कर दिता गया। दुनिया भर तो प्रोफैशनल्स काम की भाल विच H1B ਵੀਜ਼ਾ ਤੇ ਅਮਰੀਕਾ ਪਹੁੰਚਦੇ ਨੇ। ਇਹਨਾਂ ਵਿੱਚ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ। ਅਮਰੀਕੀ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਮੁਖੀ ਨੇ ਆਖਿਆ ਕਿ ਇਸ ਵੇਲੇ ਨੌਕਰੀ ਗਵਾ ਦੇਣ ਨਾਲ ਜੁੜੀ ਅਨਿਸ਼ਚਿਤਤਾ ਬਹੁਤ ਹੈ। ਫਿਰ ਭਾਵੇਂ ਤੁਸੀਂ ਕੋਈ ਵੀ ਹੋਵੋ, ਇਸ ਹਾਲ ਹੀ ਵਿੱਚ ਇੱਕ ਪ੍ਰਵਾਸੀ ਲਈ ਤਾਂ ਇਹ ਅਨਿਸ਼ਚਿਤਤਾ ਯਕੀਨੀ ਰੂਪ ਨਾਲ ਵੱਧ ਜਾਂਦੀ ਹੈ। विदेश मंत्री एस जयशंकर ने एक महत्वपूर्ण नवी इमीग्रेशन और आवाजाही समझौते ते दस्तखत करने लई ब्रिटेन की गृह मंत्री प्रीति पटेल नाल मंगलवार नूं लंडन विच मुलाकात की। जयशंकर ने कहा कि यह समझौता दोवां देशां विचाले मौजूदा संपर्क नूं होर मजबूत करेगा। ब्रिटेन के गृह विभाग के दफ्तर मुताबक नवे समझौते नाल दोवां देशां दे 18 तो 30 साल की उम्र 3000 लोकां नूं पेशेवर अते सभ्याचारक आदान प्रदान प्रोग्राम तहत 24 महीने तक ਲਈ ਇੱਕ ਦੂਜੇ ਦੇਸ਼ ਵਿੱਚ ਕੰਮ ਕਰਨਾ ਅਤੇ ਰਹਿਣ ਲਈ ਸੁਵਿਧਾ ਮਿਲੇਗੀ। ਇਸ ਨਾਲ ਉਹਨਾਂ ਭਾਰਤੀ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਤੇਜ਼ੀ ਆਏਗੀ ਜਿਨ੍ਹਾਂ ਦਾ ਬ੍ਰਿਟੇਨ ਵਿੱਚ ਰਹਿਣ ਦਾ ਕੋਈ ਜਾਇਜ਼ ਅਧਿਕਾਰ ਨਹੀਂ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਨਾਗਰਿਕਾਂ ਦੀ ਵਾਪਸੀ ਦੀ ਪ੍ਰਕਿਰਿਆ ਵੀ ਸੁਗਮ ਹੋਵੇਗੀ। ਇਸ ਦੇ ਨਾਲ ਹੀ ਇਸ ਨਾਲ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਨੂੰ ਲੈ ਕੇ ਜ਼ਿਆਦਾ ਸਹਿਯੋਗ ਯਕੀਨੀ ਹੋਵੇਗਾ। ਜੈਸ਼ੰਕਰ ਨੇ ਬ੍ਰਿਟੇਨ ਦੀ ਮੰਤਰੀ ਨਾਲ ਆਪਣੀ ਬੈਠਕ ਦੀਆਂ ਤਸਵੀਰਾਂ ਨਾਲ ਟਵੀਟ ਕੀਤਾ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਅੱਜ ਇੱਕ ਉਪਯੋਗੀ ਬੈਠਕ ਹੋਈ। ਇਮੀਗ੍ਰੇਸ਼ਨ ਅਤੇ ਆਵਾਜਾਈ ਸਾਂਝੇਦਾਰੀ ਸਮਝੌਤੇ ਤੇ ਦਸਤਖਤ ਕੀਤੇ ਜੋ ਕਾਨੂੰਨੀ ਯਾਤਰਾ ਵਿੱਚ ਸੁਵਿਧਾ ਪ੍ਰਦਾਨ ਕਰੇਗਾ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰੇਗਾ। ਉਹਨਾਂ ਨੇ ਕਿਹਾ ਇਸ ਦੇ ਨਤੀਜੇ ਵਜੋਂ ਭਾਰਤ ਤੇ ਬ੍ਰਿਟੇਨ ਵਿਚਾਲੇ ਮੌਜੂਦਾ ਸੰਪਰਕ ਹੋਰ ਮਜ਼ਬੂਤ ਹੋਵੇਗਾ। ਕੈਨੇਡਾ ਦੀ ਯਾਰਕ ਰੀਜਨਲ ਪੁਲਿਸ ਵੱਲੋਂ ਬੀਤੇ ਦਿਨ ਇੱਕ 80 ਸਾਲਾ ਬਜ਼ੁਰਗ ਔਰਤ ਨਾਲ ਕੈਨੇਡੀਅਨ ਰੈਵਨਿਊ ਅਧਿਕਾਰੀ ਬਣ ਕੇ ਠੱਗੀ ਮਾਰਨ ਦੇ ਦੋਸ਼ ਹੇਠ ਬਰੈਂਪਟਨ ਤੋਂ 3 ਪੰਜਾਬੀ ਨੌਜਵਾਨ ਗ੍ਰਿਫਤਾਰ ਅਤੇ ਚਾਰਜ ਕੀਤੇ ਗਏ। ਧੋਖਾਧੜੀ ਕਰਨ ਦੇ ਦੋਸ਼ ਹੇਠ ਚਾਰਜ ਹੋਣ ਵਾਲਿਆਂ ਵਿੱਚ ਬਰੈਂਪਟਨ ਤੋਂ ਰਣਵੀਰ ਸਿੰਘ ਅਤੇ ਚਮਨਜੋਤ ਸਿੰਘ ਦੇ ਨਾਂ ਸ਼ਾਮਲ ਨੇ। ਇਹਨਾਂ ਵੱਲੋਂ ਇੱਕ ਔਰਤ ਨੂੰ ਡਾਲਰ ਭੇਜਣ ਦੀ ਗੱਲ ਕੀਤੀ ਗਈ ਤੇ ਬਾਅਦ ਵਿੱਚ ਡਾਲਰ ਨਾ ਦੇਣ ਤੇ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ ਸੀ। ਯਾਰਕ ਰੀਜਨਲ ਪੁਲਿਸ ਵੱਲੋਂ ਤਫਤੀਸ਼ ਕਰਨ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤਿੰਨਾਂ ਦੀ ਨਿਊ ਮਾਰਕੀਟ ਕੋਰਟ ਵਿਖੇ ਅਗਲੇ ਮਹੀਨੇ ਪੇਸ਼ੀ ਹੋਵੇਗੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਕਿਰਤ ਕਰੋ ਤੇ ਵੰਡ ਛਕੋ ਨੂੰ ਸਹੀ ਅਰਥਾਂ 'ਚ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਬਿਨਾਂ ਕਿਸੇ ਸਵਾਰਥ ਦੇ ਦਿਨ ਰਾਤ ਦੀਨ ਦੁਖੀਆਂ ਦੀ ਸੇਵਾ ਵਿੱਚ ਜੁਟੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰਸਟ ਦੇ ਬਾਨੀ ਡਾਕਟਰ SP ਸਿੰਘ ਉਬਰਾਏ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਣ ਦੀ ਵਿੱਢੀ ਗਈ ਮੁਹਿੰਮ ਤਹਿਤ ਹੁਣ ਅਫਗਾਨਿਸਤਾਨ ਤੋਂ ਉਜੜ ਕੇ ਭਾਰਤ ਆਏ 20,000 ਦੇ ਕਰੀਬ ਸ਼ਰਨਾਰਥੀਆਂ ਨੂੰ 3 ਮਹੀਨਿਆਂ ਲਈ ਸੁੱਕਾ ਰਾਸ਼ਨ ਅਤੇ ਮੈਡੀਕਲ ਨਾਲ ਸੰਬੰਧਿਤ ਸਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ। इस संबंधी जानकारी साझी करदਿਆਂ ट्रस्ट के मुखी डॉक्टर SP ਸਿੰਘ ਉਬਰਾਏ ने दस्सिया कि दिल्ली की समाज सेविका नविता श्रीकांत राय अफगानिस्तान की अंबैसी के नाल उन्हां नाल संपर्क करके उन्होंने जाणू करवाया है कि अफगानिस्तान तो उजड़ के भारत आए करीब 20,000 शरणार्थियों की कोरोना महामारी कारण पैदा हुए हालातों 'ਚ तरसयोग हालत बनी हुई है ਅਤੇ कोई कामकार ना होने कारण उन्होंने इस वेले राशन ਅਤੇ मैडिकल नाल संबंधित समान की सख्त जरूरत है। उन्होंने दस्सिया कि अंबैसी की इस मंग नूं तुरंत पूरा करदिआं उन्होंने फैसला किया है तो उक्त सारे शरणार्थियों नूं सरबत दा भला चैरिटेबल ट्रस्ट वालों 3 महीने तक सुक्का राशन और लोड़ींदा मैडिकल नाल संबंधित समान मुहैया करवाया जाएगा। डॉक्टर उबराए ने दस्सिया कि इस संबंधी अज अफगानिस्तान के एम्बेसडर फरीद ममनजई नाल हुई जूम मीटिंग दौरान उन्होंने दस्सिया गया है कि सरबत दा भला चैरिटेबल ट्रस्ट वालों दिल्ली, पूना, हैदराबाद और कलकत्ता आदि शहरों 'ਚ रह रहे सारे शरणार्थियों नूं
ਹਰ ਮਹੀਨੇ 30 ਕਿਲੋ ਸੁੱਕਾ ਰਾਸ਼ਨ ਦਿੱਤਾ ਜਾਏਗਾ। ਉਹਨਾਂ ਨੇ ਦੱਸਿਆ ਕਿ ਸਮੁੱਚੇ ਰਾਸ਼ਨ ਤੋਂ ਮੈਡੀਕਲ ਦੇ ਸਮਾਨ ਤੇ ਟਰਸਟ ਦਾ ਕੁੱਲ 2 ਕਰੋੜ ਰੁਪਏ ਖਰਚ ਆਵੇਗਾ। ਉਹਨਾਂ ਨੇ ਇਹ ਵੀ ਦੱਸਿਆ ਕਿ ਪਹਿਲੇ ਮਹੀਨੇ ਦਾ ਰਾਸ਼ਨ ਈਦ ਤੋਂ ਪਹਿਲਾਂ ਪ੍ਰਭਾਵਿਤ ਸ਼ਰਨਾਰਥੀਆਂ ਕੋਲ ਪਹੁੰਚ ਜਾਵੇਗਾ, ਜਦਕਿ ਲੋੜੀਂਦਾ ਮੈਡੀਕਲ ਦਾ ਸਮਾਨ ਕੱਲ ਹੀ ਪੁੱਜਦਾ ਕਰ ਦਿੱਤਾ ਜਾਵੇਗਾ। ਡਾਕਟਰ ਓਬਰਾਏ ਨੇ ਦੱਸਿਆ ਕਿ ਉਹਨਾਂ ਨੇ ਅੰਬੈਸੀ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਹੈ ਕਿ ਜੇਕਰ ਭਵਿੱਖ ਵਿੱਚ ਵੀ ਕੋਈ ਅਜਿਹੀ ਜ਼ਰੂਰਤ ਪੈਂਦੀ ਹੈ ਤਾਂ ਟਰਸਟ ਉਹਨਾਂ ਦਾ ਸਾਥ ਦੇਵੇਗਾ। ਜ਼ਿਕਰਯੋਗ ਹੈ ਕਿ ਮੀਟਿੰਗ ਦੌਰਾਨ ਡਾਕਟਰ ਓਬਰਾਏ ਵੱਲੋਂ ਅਫਗਾਨਿਸਤਾਨ ਦੇ ਸ਼ਰਨਾਰਥੀਆਂ ਤੋਂ ਇਲਾਵਾ ਪੂਰੀ ਦੁਨੀਆ ਅੰਦਰ ਲੋੜਵੰਦ ਲੋਕਾਂ ਲਈ ਕੀਤੇ ਜਾ ਰਹੇ ਪਰਉਪਕਾਰਾਂ ਲਈ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅੰਬੈਸਡਰ ਫਰੀਦ ਮਾਮਦਜ਼ਈ ਨੇ ਕਿਹਾ ਕਿ ਕਿਸੇ ਭੁੱਖੇ ਦੇ ਢਿੱਡ 'ਚ ਦਾਣਾ ਪਾਉਣਾ ਸਭ ਤੋਂ ਵੱਡਾ ਪਰਉਪਕਾਰ ਹੈ। ਉਹਨਾਂ ਇਹ ਵੀ ਕਿਹਾ ਕਿ ਮਾਹੌਲ ਠੀਕ ਹੋਣ ਉਪਰੰਤ ਪਟਿਆਲੇ ਆ ਕੇ ਡਾਕਟਰ ਓਬਰਾਏ ਨੂੰ ਨਿੱਜੀ ਤੌਰ ਤੇ ਮਿਲਣਾ ਉਹਨਾਂ ਦੀ ਦਿਲੀ ਇੱਛਾ ਹੈ। ਇਸ ਮੀਟਿੰਗ ਦੌਰਾਨ ਉਪਰੋਕਤ ਤੋਂ ਇਲਾਵਾ ਟਰਸਟ ਦੇ ਮੈਂਬਰ ਰਵਿੰਦਰ ਸਿੰਘ ਰੋਬਿਨ ਵੀ ਮੌਜੂਦ ਸਨ। ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਸ਼ੁੱਕਰਵਾਰ ਨੂੰ ਭਾਰਤ ਦੇ ਲੋਕਾਂ ਨਾਲ ਇਕਜੁੱਟਤਾ ਦਾ ਸੁਨੇਹਾ ਦੇਣਗੇ। ਉਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੇ ਭਾਰਤ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਅਤੇ ਇਸ ਮਹਾਮਾਰੀ ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਦੀ ਅਪੀਲ ਕਰਨਗੇ। ਇਹ ਜਾਣਕਾਰੀ ਅੱਜ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ। ਹੈਰਿਸ ਵਿਦੇਸ਼ ਮੰਤਰਾਲੇ ਵੱਲੋਂ ਕਰਵਾਏ ਜਾਣ ਵਾਲੇ ਇੱਕ ਆਨਲਾਈਨ ਪ੍ਰੋਗਰਾਮ ਭਾਰਤ ਵਿੱਚ ਅਮਰੀਕਾ ਦੀਆਂ ਕੋਵਿਡ ਤੋਂ ਰਾਹਤ ਸੰਬੰਧੀ ਕੋਸ਼ਿਸ਼ਾਂ ਪ੍ਰਵਾਸੀ ਭਾਰਤੀਆਂ ਦਾ ਪਰਿਪੇਖ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਅਮਰੀਕੀ ਹੈ ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਕੇਂਦਰੀ ਏਸ਼ੀਆਈ ਬਿਊਰੋ ਨੇ ਬੀਤੇ ਦਿਨ ਐਲਾਨ ਕੀਤਾ ਸਹਿਯੋਗੀ ਵਜੋਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਅਤੇ ਮਹਾਮਾਰੀ ਨੂੰ ਖਤਮ ਕਰਨ ਦੀ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਭਾਰਤ ਪ੍ਰਤੀ ਆਪਣੀ ਇਕਜੁੱਟਤਾ ਦਿਖਾਉਣ ਲਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਸ਼ੁੱਕਰਵਾਰ ਦੁਪਹਿਰ ਨੂੰ ਸਥਾਨਕ ਸਮੇਂ ਅਨੁਸਾਰ ਹੋਣ ਵਾਲੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਕੇਂਦਰੀ ਏਸ਼ੀਆਈ ਬਿਊਰੋ ਦੇ ਸੀਨੀਅਰ ਸਲਾਹਕਾਰ ਇਰਵਿਨ ਮਸਿੰਗਾ ਕਰਨਗੇ। ਕੋਵਿਡ-19 ਤੋਂ ਪ੍ਰਭਾਵਿਤ ਹੋਏ ਲੋਕਾਂ ਦਾ ਹੋ ਰਿਹਾ ਬੁਰਾ ਹਾਲ ਦੇਖ ਅੱਜ ਹਰ ਮੁਲਕ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਦੇਸ਼ ਕੋਵਿਡ ਮੁਕਤ ਹੋ ਜਾਵੇ। ਇਸ ਲਈ ਦੁਨੀਆ ਭਰ ਵਿੱਚ ਐਂਟੀ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਲੋਕਾਂ ਨੂੰ ਧੜਾ-ਧੜ ਦਿੱਤੀਆਂ ਜਾ ਰਹੀਆਂ ਨੇ। ਜਿਨ੍ਹਾਂ ਦੇਸ਼ਾਂ ਦੀ ਆਰਥਿਕਤਾ ਸਥਿਰ ਹੈ ਉਹ ਦੇਸ਼ ਇਸ ਮੁਹਿੰਮ ਵਿੱਚ ਮੋਹਰੀ ਹਨ ਤੇ ਜਿਨ੍ਹਾਂ ਦੇਸ਼ਾਂ ਦੀ ਆਰਥਿਕਤਾ ਸਥਿਰ ਨਹੀਂ ਉਹ ਦੇਸ਼ ਵੈਕਸੀਨ ਮੁਹਿੰਮ ਵਿੱਚ ਪਛੜੇ ਹੋਏ ਨੇ। ਦੂਜੇ ਪਾਸੇ ਜੇ ਤੁਸੀਂ ਕਾਰੋਬਾਰ ਜਾਂ ਕਿਸੇ ਨਿੱਜੀ ਕੰਮ ਲਈ ਅਕਸਰ ਦੇਸ਼ ਤੋਂ ਬਾਹਰ ਜਾਂਦੇ ਹੋ ਤਾਂ ਦੇਸ਼ ਵਿੱਚ ਲਾਈ ਜਾ ਰਹੀ ਕਰੋਨਾ ਦੀ ਵੈਕਸੀਨ ਕਰਵਾਉਣੀ ਲਾਜ਼ਮੀ ਹੈ। ਵਿਦੇਸ਼ ਵਿੱਚ ਯਾਤਰਾ ਕਰਨ ਦੇ ਇੱਛੁਕ ਲੋਕਾਂ ਨੂੰ ਜੇ ਕੋਵਿਡ ਵੈਕਸੀਨ ਦਾ ਇੰਜੈਕਸ਼ਨ ਨਹੀਂ ਲੱਗਾ ਤਾਂ ਉਹਨਾਂ ਨੂੰ ਵਿਦੇਸ਼ ਯਾਤਰਾ ਵਿੱਚ ਸਮੱਸਿਆ ਆ ਸਕਦੀ ਹੈ। ਇਟਲੀ ਨੇ ਜਿੱਥੇ ਸੈਲਾਨੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਉਣ ਲਈ ਨਿੱਘਾ ਸੱਦਾ ਦਿੱਤਾ ਹੈ, ਉੱਥੇ ਇਹ ਵੀ ਪ੍ਰਸਤਾਵ ਰੱਖਿਆ ਹੈ ਕਿ ਜੋ ਵੀ ਸੈਲਾਨੀ ਇਟਲੀ ਆਉਣਾ ਚਾਹੁੰਦਾ ਹੈ ਉਹ ਕੋਵਿਡ-19 ਗ੍ਰੀਨ ਪਾਸ ਲੈ ਕੇ ਆ ਸਕਦਾ ਹੈ। ਇਸ ਗ੍ਰੀਨ ਪਾਸ ਨੂੰ ਇਟਲੀ 15 ਮਈ ਤੋਂ ਉਹਨਾਂ ਲੋਕਾਂ ਲਈ ਜਾਰੀ ਕਰੇਗਾ ਜਿਸ ਨਾਲ ਕਿ ਸਾਰੀ ਇਟਲੀ ਘੁੰਮੀ ਜਾ ਸਕਦੀ ਹੈ। ਇਟਲੀ ਦੇ ਸੈਰ ਸਪਾਟੇ ਮੰਤਰੀ ਮਾਸੀਮੋ ਗਾਰਾਵਾਲੀਆ ਨੇ ਗ੍ਰੀਨ ਪਾਸ ਸੰਬੰਧੀ ਕਿਹਾ ਕਿ ਇਹ ਪਾਸ ਯੂਰੋਪੀਅਨ ਬਾਸ਼ਿੰਦਿਆਂ ਤੋਂ ਇਲਾਵਾ ਗੈਰ ਯੂਰੋਪੀਅਨ ਦੇਸ਼ਾਂ ਲਈ ਮਾਨਤਾ ਪ੍ਰਾਪਤ ਹੋਵੇਗਾ। ਯੂਰਪੀ ਯੂਨੀਅਨ ਵੀ ਇਸ ਨੂੰ ਜੂਨ ਦੇ ਅੰਤ ਤੱਕ ਸ਼ੁਰੂ ਕਰ ਰਹੀ ਹੈ। ਇਟਲੀ ਸਰਕਾਰ ਪਿਛਲੇ ਸਾਲ ਨਾਲੋਂ ਇਸ ਸਾਲ ਕੋਵਿਡ-19 ਰੋਕਥਾਮ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਕਿਉਂਕਿ ਪਿਛਲੇ ਸਾਲ ਵਿਦੇਸ਼ੀ ਸੈਲਾਨੀ ਘੱਟ ਆਉਣ ਕਾਰਨ ਇਟਲੀ ਨੂੰ ਅੰਦਾਜ਼ਨ 26 ਅਰਬ ਯੂਰੋ ਦਾ ਘਾਟਾ ਪਿਆ। ਬੇਸ਼ੱਕ ਕਿ ਵਿਸ਼ਵ ਸਿਹਤ ਸੰਗਠਨ ਗ੍ਰੀਨ ਪਾਸ ਨੂੰ ਆਗਿਆ ਦੇ ਦਿੱਤੀ ਹੈ ਪਰ WHO ਨੇ ਫਿਲਹਾਲ ਕਿਸੇ ਕਿਸਮ ਦੇ ਵੈਕਸੀਨ ਪਾਸਪੋਰਟ ਦੇ ਪੱਖ ਵਿੱਚ ਨਹੀਂ ਹੈ। WHO ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਥਿਤੀਆਂ 'ਚ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਆਪਣੇ ਦੇਸ਼ ਵਿੱਚ ਦਾਖਲੇ ਲਈ ਵੈਕਸੀਨ ਪਾਸਪੋਰਟ ਵਰਗੇ ਦਸਤਾਵੇਜ਼ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜੇ ਤੱਕ ਕਿਸੇ ਵੈਕਸੀਨ ਦੀ ਕਰੋਨਾ ਦੇ ਇਨਫੈਕਸ਼ਨ ਨੂੰ ਰੋਕਣ ਦੀ ਪੂਰੀ ਸਮਰੱਥਾ ਸੰਬੰਧੀ ਪੁਖਤਾ ਨਤੀਜੇ ਸਾਹਮਣੇ ਨਹੀਂ ਆਏ। ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰਾਂ ਦੇ ਇੱਕ ਪ੍ਰਭਾਵਸ਼ਾਲੀ ਸੰਗਠਨ ਨੇ 5000 ਵੈਂਟੀਲੇਟਰ ਤੁਰੰਤ ਭਾਰਤ ਨੂੰ ਮੁਹੱਈਆ ਕਰਵਾਉਣ ਲਈ ਕੈਨੇਡਾ ਦੀ ਸਰਕਾਰ ਨਾਲ ਗੱਲਬਾਤ ਸ਼ੁਰੂ ਕੀਤੀ। ਕੋਵਿਡ-19 ਇਨਫੈਕਸ਼ਨ ਦੀ ਤੇਜ਼ ਲਹਿਰ ਦੌਰਾਨ ਵੈਂਟੀਲੇਟਰ ਦੀ ਖਰੀਦਦਾਰੀ ਕੀਤੀ ਗਈ, ਇਸ ਦੀ ਵਰਤੋਂ ਨਹੀਂ ਹੋ ਪਾਈ ਸੀ। ਅਮਰੀਕਨ ਐਸੋਸੀਏਸ਼ਨ ਆਫ ਫਿਜ਼ੀਸ਼ੀਅਨਜ਼ ਆਫ ਇੰਡੀਅਨ ਔਰਿਜਨ ਦੇ ਪ੍ਰਧਾਨ ਡਾਕਟਰ ਸੁਧਾਕਰ ਜੋਨਾਲ ਗਾਡਾ ਨੇ ਦੱਸਿਆ, ਅਸੀਂ ਕੈਨੇਡਾ ਸਰਕਾਰ ਨਾਲ ਗੱਲਬਾਤ ਕਰ ਰਹੇ ਹਾਂ। ਉਹਨਾਂ ਕੋਲ ਕਰੀਬ 5000 ਵੈਂਟੀਲੇਟਰ ਨੇ। ਜੋਨਾਲ ਗਾਡਾ ਨੇ PTI ਨੂੰ ਦੱਸਿਆ, ਇਹ ਵੈਂਟੀਲੇਟਰ ਕੈਨੇਡਾ ਦੇ ਰੈੱਡ ਕਰਾਸ ਕੋਲ ਹਨ। ਅਸੀਂ ਕੈਨੇਡਾ ਸਰਕਾਰ ਤੋਂ ਰੈੱਡ ਕਰਾਸ ਜ਼ਰੀਏ ਕੋਵਿਡ-19 ਮਹਾਮਾਰੀ ਨਾਲ ਜੂਝ ਰਹੇ ਭਾਰਤ ਨੂੰ ਇਹ ਵੈਂਟੀਲੇਟਰ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜੋਨਾਲ ਗਾਡਾ ਨੇ ਕਿਹਾ ਕਿ ਸੰਗਠਨ ਦੇ ਡਾਕਟਰ ਇਸ ਲਈ ਕੰਮ ਕਰ ਰਹੇ ਹਨ ਅਤੇ ਆਸ ਹੈ ਕਿ ਕੈਨੇਡਾ ਸਰਕਾਰ ਸਿਹਤ ਸੰਗਠਨ ਨਾਲ ਜੂਝ ਰਹੇ ਭਾਰਤ ਨੂੰ ਇਸ ਨੂੰ ਦੇਣ ਲਈ ਰਾਜ਼ੀ ਹੋ ਜਾਵੇਗੀ। ਅਫਗਾਨਿਸਤਾਨ ਵਿੱਚ ਤਾਇਨਾਤ ਅਮਰੀਕਾ ਦੇ ਫੌਜੀਆਂ ਦੀ ਵਾਪਸੀ ਦੇ ਸੰਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਫੈਸਲੇ ਦਾ ਮੁਲਕ ਦੇ 2/3 ਲੋਕਾਂ ਨੇ ਸਮਰਥਨ ਕੀਤਾ।
ਚਾਰਲਸ ਕੋਚ ਇੰਸਟੀਚਿਊਟ ਦੇ ਇੱਕ ਸਰਵੇਖਣ ਵਿੱਚ ਇਹ ਤੱਕ ਸਾਹਮਣੇ ਆਇਆ ਹੈ। ਆਉਣ ਵਾਲੇ ਸਤੰਬਰ ਤੱਕ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਏ ਜਾਣ ਦੇ ਸੰਬੰਧ ਵਿੱਚ ਲੋਕਾਂ ਤੋਂ ਪ੍ਰਤੀਕਿਰਿਆ ਮੰਗੀ ਗਈ ਸੀ, ਜਿਸ ਵਿੱਚ 66% ਨੇ ਜਵਾਬ ਦਿੱਤਾ ਅਤੇ ਉਹ ਦ੍ਰਿੜਤਾਪੂਰਨ ਅਤੇ ਕੁਝ ਹੱਦ ਤੱਕ ਇਸ ਦਾ ਸਮਰਥਨ ਕਰਦੇ ਰਹੇ। 38% ਫੌਜੀ ਪਰਿਵਾਰ ਦੇ ਮੈਂਬਰਾਂ ਅਤੇ ਸੀਨੀਅਰ ਨਾਗਰਿਕਾਂ ਦਾ ਆਖਣਾ ਹੈ ਕਿ ਉਹ ਫੌਜੀਆਂ ਦੀ ਵਾਪਸੀ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਨੇ। ਉੱਥੇ 30% ਲੋਕਾਂ ਨੇ ਕੁਝ ਹੱਦ ਤੱਕ ਸਮਰਥਨ ਜਤਾਇਆ। ਭਾਰਤ 'ਚ ਕੋਵਿਡ-19 ਦੀ ਭਿਆਨਕ ਸਥਿਤੀ ਸਾਡੇ ਸਾਰਿਆਂ ਲਈ ਚੇਤਾਵਨੀ ਹੋਣੀ ਚਾਹੀਦੀ ਹੈ ਅਤੇ ਇਸ ਦੀ ਗੂੰਜ ਵਾਇਰਸ ਨਾਲ ਮੌਤਾਂ, ਵਾਇਰਸ 'ਚ ਬਦਲਾਅ ਅਤੇ ਮੈਡੀਕਲ ਸਮਾਨ ਦੀ ਸਪਲਾਈ 'ਚ ਦੇਰੀ ਦੇ ਸੰਦਰਭ ਵਿੱਚ ਭਾਰਤੀ ਖੇਤਰ ਅਤੇ ਵਿਸ਼ਵ 'ਚ ਉਸ ਵੇਲੇ ਤੱਕ ਸੁਣਾਈ ਦੇਵੇਗੀ ਜਦੋਂ ਤੱਕ ਦੁਨੀਆ ਇਸ ਦੇਸ਼ ਦੀ ਮਦਦ ਲਈ ਕਦਮ ਨਹੀਂ ਚੁੱਕੇਗਾ। ਸੰਯੁਕਤ ਰਾਸ਼ਟਰ ਬਲ ਏਜੰਸੀ ਦੇ ਮੁਖੀ ਨੇ ਇਹ ਜਾਣਕਾਰੀ ਦਿੰਦਿਆਂ ਚਿੰਤਾ ਪ੍ਰਗਟਾਈ। ਯੂਨਾਈਟਿਡ ਨੇਸ਼ਨ ਚਿਲਡਰਨ ਫੰਡ ਨੇ ਭਾਰਤ ਨੂੰ 20 ਲੱਖ ਫੇਸ ਸ਼ੀਲਡ ਅਤੇ 2 ਲੱਖ ਮਾਸਕ ਸਮੇਤ ਅਹਿਮ ਜੀਵਨ ਰੱਖਿਅਕ ਸਮਾਨ ਦੀ ਵਾਧੂ ਸਪਲਾਈ ਕੀਤੀ ਹੈ। ਏਜੰਸੀ ਦੇ ਕਾਰਜਕਾਰੀ ਨਿਰਦੇਸ਼ਕ ਹੈਨਰੀਟਾ ਫੋਰ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ ਭਿਆਨਕ ਸਥਿਤੀ ਨੇ ਸਾਡੇ ਸਾਰਿਆਂ ਲਈ ਚੇਤਾਵਨੀ ਦੀ ਘੰਟੀ ਵਜਾ ਦਿੱਤੀ ਹੈ। ਉਹਨਾਂ ਨੇ ਕਿਹਾ, ਜਦ ਤੱਕ ਦੁਨੀਆ ਭਾਰਤ ਦੀ ਮਦਦ ਲਈ ਕਦਮ ਨਹੀਂ ਚੁੱਕਦੀ, ਉਸ ਵੇਲੇ ਤੱਕ ਵਾਇਰਸ ਨਾਲ ਮੌਤਾਂ, ਵਾਇਰਸ 'ਚ ਬਦਲਾਅ ਅਤੇ ਮੈਡੀਕਲ ਸਮਾਨ ਦੀ ਸਪਲਾਈ 'ਚ ਦੇਰੀ ਸੰਬੰਧਿਤ ਗੂੰਜ ਭਾਰਤੀ ਖੇਤਰ ਅਤੇ ਪੂਰੀ ਦੁਨੀਆ 'ਚ ਸੁਣਾਈ ਦੇਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਕਰੋਨਾ ਵਾਇਰਸ ਦੇ ਮਾਮਲੇ ਰੋਜ਼ਾਨਾ ਇੱਕ ਨਵਾਂ ਰਿਕਾਰਡ ਤੋੜ ਰਹੇ ਨੇ ਅਤੇ ਵੀਰਵਾਰ ਨੂੰ ਇਨਫੈਕਸ਼ਨ ਦੇ 4 ਲੱਖ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਨੇ। 8 ਸਾਲ ਦੇ ਵਕਫੇ ਬਾਅਦ ਭਾਰਤ ਤੇ ਯੂਰਪੀ ਯੂਨੀਅਨ ਉਤਸ਼ਾਹੀ ਅਤੇ ਵਿਆਪਕ ਮੁਫਤ ਵਪਾਰ ਸਮਝੌਤੇ ਬਾਰੇ ਗੱਲਬਾਤ ਮੁੜ ਸ਼ੁਰੂ ਕਰਨ ਜਾ ਰਹੇ ਨੇ ਅਤੇ ਗੱਲਬਾਤ ਸ਼ੁਰੂ ਹੋਣ ਸੰਬੰਧੀ ਰਸਮੀ ਐਲਾਨੀ ਸ਼ਨੀਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ 27 ਦੇਸ਼ਾਂ ਦੇ ਸਮੂਹ ਵਿੱਚ ਸਿਖਰਲੀ ਲੀਡਰਸ਼ਿਪ ਵਿਚਾਲੇ ਹੋਣ ਵਾਲੇ ਵਰਚੁਅਲ ਸੰਮੇਲਨ ਦੌਰਾਨ ਕੀਤੇ ਜਾਣ ਦੀ ਆਸ ਹੈ। ਯੂਰਪੀ ਯੂਨੀਅਨ ਦੇ ਦਫ਼ਤਰੀ ਸੂਤਰਾਂ ਨੇ ਕਿਹਾ ਕਿ ਮੁਫਤ ਵਪਾਰ ਸਮਝੌਤੇ ਪੈਕੇਜ ਵਿੱਚ ਨਿਵੇਸ਼ ਸੁਰੱਖਿਆ ਸਮਝੌਤੇ ਤੋਂ ਇਲਾਵਾ ਭੂਗੋਲਿਕ ਸੂਚਕ ਅੰਕ ਢਾਂਚਾ ਵੀ ਸ਼ਾਮਲ ਹੋਵੇਗਾ। ਜੂਨ 2007 ਵਿੱਚ ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਮੁਫਤ ਵਪਾਰ ਸਮਝੌਤੇ ਸੰਬੰਧੀ ਸ਼ੁਰੂ ਹੋਈ ਗੱਲਬਾਤ ਮਈ 2013 ਚ ਬੰਦ ਹੋ ਗਈ ਸੀ, ਜਦੋਂ ਦੋਵੇਂ ਦੇਸ਼ ਫੀਸ, IT ਸੈਕਟਰ ਲਈ ਡੇਟਾ ਦੀ ਸੁਰੱਖਿਆ ਸੰਬੰਧੀ ਸਥਿਤੀ ਅਤੇ ਬਾਜ਼ਾਰ 'ਚ ਪਹੁੰਚ ਵਰਗੇ ਕਈ ਅਹਿਮ ਮੁੱਦਿਆਂ ਤੇ ਵਿਚਕਾਰ ਪਾੜੇ ਨੂੰ ਪੂਰਨ ਵਿੱਚ ਨਾਕਾਮ ਰਹੇ ਸਨ। ਸੂਤਰਾਂ ਅਨੁਸਾਰ ਸ਼ਨੀਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 27 ਦੇਸ਼ਾਂ ਦੇ ਸਮੂਹ ਦੀ ਸਿਖਰਲੀ ਲੀਡਰਸ਼ਿਪ ਵਿਚਾਲੇ ਹੋਣ ਵਾਲੇ ਵਰਚੁਅਲ ਸੰਮੇਲਨ ਵਿੱਚ ਭਾਰਤ ਤੇ ਯੂਰਪੀ ਯੂਨੀਅਨ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਹਾਮੀ ਭਰ ਸਕਦੇ ਨੇ। ਸੰਮੇਲਨ ਦੌਰਾਨ ਦੋਵੇਂ ਦੇਸ਼ ਸੰਪਰਕ ਭਾਈਵਾਲੀ ਦਾ ਐਲਾਨ ਵੀ ਕਰ ਸਕਦੇ ਨੇ, ਜਿਸ ਦਾ ਮਕਸਦ ਰੇਲਵੇ, ਸਮੁੰਦਰੀ ਆਵਾਜਾਈ ਅਤੇ ਹਵਾਬਾਜ਼ੀ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਵਧਾਵਾ ਦੇਣਾ ਅਤੇ ਦੋਵੇਂ ਪਾਸੇ ਦੇ ਲੋਕਾਂ ਨੂੰ ਡਿਜੀਟਲ ਖੇਤਰ ਵਿੱਚ ਨੇੜੇ ਲਿਆਉਣਾ ਹੋਵੇਗਾ। ਦੁਨੀਆ ਭਰ 'ਚ ਕਰੋਨਾ ਨਾਲ ਤਬਾਹੀ ਮਚੀ ਹੋਈ ਹੈ। ਭਾਰਤ ਕਰੋਨਾ ਸੰਕਰਮਣ ਦੇ ਮਾਮਲਿਆਂ 'ਚ ਸਾਰੇ ਦੇਸ਼ਾਂ ਨੂੰ ਪਿੱਛੇ ਛੱਡ ਚੁੱਕਿਆ ਹੈ। ਹੁਣ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ 'ਚ ਵੀ ਭਾਰਤ ਨੇ ਸਾਰੇ ਦੇਸ਼ ਦੇ ਰਿਕਾਰਡ ਤੋੜ ਦਿੱਤੇ ਨੇ। ਹੁਣ ਤੱਕ ਅਮਰੀਕਾ ਅਤੇ ਬ੍ਰਾਜ਼ੀਲ 'ਚ ਕਰੋਨਾ ਦੇ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਜ਼ਿਆਦਾ ਸੀ, ਪਰ ਪਿਛਲੇ 10 ਦਿਨਾਂ ਵਿੱਚ ਭਾਰਤ 'ਚ ਕਰੋਨਾ ਦੇ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ। ਪਿਛਲੇ 10 ਦਿਨਾਂ 'ਚ ਭਾਰਤ 'ਚ ਕੋਵਿਡ-19 ਦੇ ਕਾਰਨ 36,110 ਲੋਕਾਂ ਦੀ ਜਾਨ ਗਈ। ਵੀਰਵਾਰ ਨੂੰ ਦੇਸ਼ 'ਚ 4.14 ਲੱਖ ਕੋਵਿਡ-19 ਸੰਕਰਮਣ ਦੇ ਮਾਮਲੇ ਆਏ ਸਨ, ਜਦੋਂ ਕਿ ਇਸ ਨਾਲ 3,927 ਲੋਕਾਂ ਦੀ ਮੌਤ ਹੋਈ। ਪਿਛਲੇ 10 ਦਿਨਾਂ ਤੋਂ ਕੋਰੋਨਾ ਤੋਂ ਰੋਜ਼ਾਨਾ ਲਗਭਗ 3,000 ਮੌਤਾਂ ਹੁੰਦੀਆਂ ਨੇ। ਇਸ ਮਿਆਦ ਦੇ ਦੌਰਾਨ 36,110 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦਾ ਮਤਲਬ ਹੈ ਕਿ ਦੇਸ਼ ਵਿੱਚ ਕੋਵਿਡ-19 ਕਾਰਨ ਪ੍ਰਤੀ ਘੰਟਾ 150 ਲੋਕ ਮਰ ਰਹੇ ਹਨ। WHO ਦੇ ਅਨੁਸਾਰ ਸੰਯੁਕਤ ਰਾਜ ਵਿੱਚ 10 ਦਿਨਾਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ। ਅਮਰੀਕਾ ਵਿੱਚ 10 ਦਿਨਾਂ ਵਿੱਚ ਸਭ ਤੋਂ ਵੱਧ 34,798 ਮੌਤਾਂ ਹੋਈਆਂ, ਜਦਕਿ ਬ੍ਰਾਜ਼ੀਲ ਇਸ ਸਮੇਂ ਇਸ ਮਾਮਲੇ ਵਿੱਚ ਦੂਜੇ ਨੰਬਰ ਤੇ ਸੀ। ਬ੍ਰਾਜ਼ੀਲ ਵਿੱਚ 10 ਦਿਨਾਂ ਦੀ ਮਿਆਦ ਵਿੱਚ ਸਭ ਤੋਂ ਵੱਧ 32,692 ਮੌਤਾਂ ਹੋਈਆਂ। 10 ਦਿਨਾਂ ਦੇ ਅੰਦਰ ਮੈਕਸੀਕੋ ਵਿੱਚ 13,897 ਮੌਤਾਂ ਦਰਜ ਕੀਤੀਆਂ ਗਈਆਂ, ਜਦੋਂ ਕਿ ਬ੍ਰਿਟੇਨ ਵਿੱਚ ਇਹ ਗਿਣਤੀ 13,2226 ਸੀ। ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਕੋਵਿਡ-19 ਦੀ ਲਾਗ ਦੀ ਸੰਖਿਆ 4 ਲੱਖ ਤੋਂ ਪਹੁੰਚ ਗਈ। ਵੀਰਵਾਰ ਨੂੰ 4,14,554 ਮਾਮਲੇ ਦਰਜ ਕੀਤੇ ਗਏ, ਜਦਕਿ ਬੁੱਧਵਾਰ ਨੂੰ 4,12,784 ਮਾਮਲੇ ਸਾਹਮਣੇ ਆਏ। ਪਿਛਲੇ 24 ਘੰਟਿਆਂ ਵਿੱਚ 13 ਰਾਜਾਂ ਵਿੱਚ ਕਰੋਨਾ ਕਾਰਨ 100 ਤੋਂ ਵੱਧ ਮੌਤਾਂ ਹੋਈਆਂ। ਮਰਨ ਵਾਲਿਆਂ ਦੀ ਗਿਣਤੀ 6 ਰਾਜਾਂ ਦੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰਿਕਾਰਡ ਪੱਧਰ ਤੱਕ ਪਹੁੰਚ ਗਈ। ਉੱਤਰਾਖੰਡ ਵਿੱਚ ਆਬਾਦੀ ਦੇ ਅਨੁਸਾਰ 13 ਛੋਟੇ ਰਾਜਾਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ। ਵੀਰਵਾਰ ਨੂੰ ਉੱਤਰਾਖੰਡ ਵਿੱਚ 151 ਦਰਜ ਕੀਤੀਆਂ ਗਈਆਂ, ਜੋ ਮੌਤਾਂ ਦੇ ਮਾਮਲਿਆਂ ਵਿੱਚ ਰਾਜਾਂ ਵਿੱਚੋਂ 10ਵੇਂ ਨੰਬਰ ਤੇ ਨੇ। ਪੰਜਾਬ ਸਰਕਾਰ ਨੇ ਕਰੋਨਾ ਵਾਇਰਸ ਖਿਲਾਫ ਚੱਲ ਰਹੀ ਮੌਜੂਦਾ ਲੜਾਈ ਵਿੱਚ 2 ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ, ਤਾਂ ਜੋ ਵਿਅਕਤੀਆਂ, ਸੰਸਥਾਵਾਂ ਨੂੰ ਵਿਦੇਸ਼ਾਂ ਤੋਂ ਸੂਬੇ ਵਿੱਚ ਦਰਾਮਦ ਕੀਤੇ ਜਾਣ ਵਾਲੇ ਕਿਸੇ ਵੀ ਕਿਸਮ ਦੀ ਕੋਵਿਡ ਰਾਹਤ ਦੇ ਟੈਕਸ ਤੋਂ
ਛੋਟ ਪ੍ਰਾਪਤ ਕੀਤੀ ਜਾ ਸਕੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੀ ਚੁਣੌਤੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਅਤੇ ਭਾਰਤ ਤੋਂ ਬਾਹਰ ਆਉਣ ਵਾਲੀ ਮਦਦ ਦੇ ਸੁਚਾਰੂ ਪ੍ਰਵਾਹ ਲਈ ਭਾਰਤ ਸਰਕਾਰ ਨੇ ਦੇਸ਼ ਵਿੱਚ ਦਰਾਮਦ ਕੀਤੀ ਗਈ ਕੋਵਿਡ ਰਾਹਤ ਸਮੱਗਰੀ ਤੇ ਕਸਟਮ ਡਿਊਟੀ ਏਕਾਕ੍ਰਿਤ ਟੈਕਸ ਤੋਂ ਛੋਟ ਦਿੱਤੀ ਹੈ। ਅਜਿਹੀਆਂ ਰਿਆਇਤਾਂ ਦਾ ਲਾਭ ਦਰਾਮਦ ਕੀਤੀਆਂ ਚੀਜ਼ਾਂ ਲਈ ਤਾਂ ਲਿਆ ਜਾ ਸਕਦਾ ਹੈ ਜੇ ਉਹ ਭਾਰਤ ਤੋਂ ਬਾਹਰੋਂ ਮੁਫਤ ਭੇਜੀਆਂ ਗਈਆਂ ਹੋਣ, ਭਾਰਤ ਵਿੱਚ ਮੁਫਤ ਵੰਡੀਆਂ ਜਾਂਦੀਆਂ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।